Dear students, ਅੱਜ ਅਸੀਂ 6.4 ਐਕਸਰਸਾਈਜ਼ ਡਿਫਰੈਂਸ਼ੀਅਲ ਐਰਰਸ ਐਂਡ ਅਪਰੋਕਸੀਮੇਸ਼ਨਸ ਕਰਨ ਲੱਗੇ ਹਾਂ। ਜਿਵੇਂ ਕਿ ਅਸੀਂ ਪਹਿਲਾਂ ਡੈਰੀਵੇਟਿਵਸ ਪੜ੍ਹੇ ਹਨ। ਡੈਰੀਵੇਟਿਵ ਦੇ ਵਿੱਚ ਅਸੀਂ ਕੀ ਪੜ੍ਹਿਆ ਹੈ, dy by dx। dy by dx ਸਾਡੇ ਕੋਲ ਕੀ ਹੁੰਦਾ ਹੈ, ਦਿਸ ਇਜ਼ ਦਾ ਲਿਮਿਟ ਆਫ ਰੇਸ਼ੋ ਡੈਲਟਾ y by ਡੈਲਟਾ x, ਅਤੇ ਜਿਹੜੀ ਲਿਮਿਟ ਹੁੰਦੀ ਹੈ ਡੈਲਟਾ x ਦੀ ਦੈਟ ਟੈਂਡਸ ਟੂ 0। ਤਾਂ ਹੁਣ ਅਸੀਂ ਕੀ ਦੇਖਦੇ ਹਾਂ ਕਿ ਮੰਨ ਲਓ y ਇਜ਼ ਫੰਕਸ਼ਨ ਆਫ x ਹੈ, y ਇਜ਼ ਇਕੁਅਲ ਟੂ ਐਫ ਐਕਸ, ਬੀ ਫੰਕਸ਼ਨ ਆਫ x ਐਂਡ ਲੈਟ ਡੈਲਟਾ ਐਕਸ ਇਜ਼ ਏ ਸਮਾਲ ਚੇਂਜ ਇਨ x। ਤਾਂ ਜਦੋਂ ਅਸੀਂ x ਚੇਂਜ ਦੇਖਾਂਗੇ ਡੈਲਟਾ x ਦੇ ਵਿੱਚ, ਤਾਂ ਉਹਦੇ ਕੋਰਸਪੋਂਡਿੰਗ y ਦੇ ਵਿੱਚ ਚੇਂਜ ਡੈਲਟਾ y ਆ ਜਾਏਗੀ, ਅਤੇ ਲਿਮਿਟਿੰਗ ਪੋਜੀਸ਼ਨ ਸਾਡੇ ਕੋਲ dy by dx ਬਣ ਜਾਂਦਾ ਹੈ। ਤਾਂ ਇਹ ਸਾਡੇ ਕੋਲ ਐਫ ਡੈਸ਼ ਐਕਸ ਦੀ ਡੈਫੀਨੇਸ਼ਨ ਜੋ ਅਸੀਂ +1 ਦੇ ਵਿੱਚ +2 ਦੇ ਸਟਾਰਟਿੰਗ ਦੇ ਵਿੱਚ ਵੀ ਪੜ੍ਹੀ ਹੈ, +1 'ਚ ਵੀ ਪੜ੍ਹੀ ਹੈ, ਤਾਂ ਉਹ ਸਾਡੇ ਕੋਲ ਆ ਜਾਂਦੀ ਹੈ। ਜੇ ਅਸੀਂ ਲਿਮਿਟਿੰਗ ਪੋਜੀਸ਼ਨ ਨੂੰ ਹਟਾ ਦਈਏ ਤਾਂ ਡੈਲਟਾ y ਬਾਈ ਡੈਲਟਾ x ਦੀ ਵੈਲਿਊ ਕੀ ਬਣ ਜਾਏਗੀ, ਐਫ ਡੈਸ਼ ਐਕਸ ਪਲੱਸ ਸਮਥਿੰਗ ਸਮਾਲ ਕੁਆਂਟਿਟੀ। ਉਸ ਦਾ ਨਾਮ ਅਸੀਂ ਐਪਸਾਈਲਨ ਰੱਖ ਲੈਂਦੇ ਹਾਂ। ਐਪਸਾਈਲਨ ਇਜ਼ ਵੈਰੀ ਸਮਾਲ ਕੁਆਂਟਿਟੀ ਐਂਡ ਇਟ ਟੈਂਡਸ ਟੂ 0। ਤਾਂ ਡੈਲਟਾ ਐਕਸ ਨਾਲ ਦੋਨੋਂ ਪਾਸੇ ਮਲਟੀਪਲਾਈ ਕਰਕੇ ਡੈਲਟਾ y ਦੀ ਵੈਲਿਊ ਐਫ ਡੈਸ਼ ਐਕਸ ਡੈਲਟਾ ਐਕਸ ਪਲੱਸ ਐਪਸਾਈਲਨ ਡੈਲਟਾ ਐਕਸ ਆ ਜਾਂਦਾ ਹੈ। ਤਾਂ ਕਿਉਂਕਿ ਐਪਸਾਈਲਨ ਵੀ 0 ਨੂੰ ਟੈਂਡ ਕਰਦਾ ਹੈ ਅਤੇ ਡੈਲਟਾ ਐਕਸ ਵੀ, ਤਾਂ ਇਹ ਹੋਲ ਕੁਆਂਟਿਟੀ 0 ਨੂੰ ਟੈਂਡ ਕਰਦੀ ਹੈ, ਤਾਂ ਅਪਰੋਕਸੀਮੇਟਲੀ ਡੈਲਟਾ y ਦੀ ਵੈਲਿਊ ਸਾਡੇ ਕੋਲ ਕੀ ਆ ਗਈ, ਡੈਲਟਾ y ਇਜ਼ ਇਕੁਅਲ ਟੂ ਐਫ ਡੈਸ਼ ਐਕਸ ਡੈਲਟਾ ਐਕਸ, ਜਾਂ ਡੈਲਟਾ y ਇਜ਼ ਇਕੁਅਲ ਟੂ dy by dx ਇੰਟੂ ਡੈਲਟਾ ਐਕਸ। ਇਸੇ ਕੁਆਂਟਿਟੀ ਨੂੰ ਅਸੀਂ ਡੈਲਟਾ y ਨੂੰ ਲਿਮਿਟਿੰਗ ਪੋਜੀਸ਼ਨ, ਜਦੋਂ ਸਾਨੂੰ ਪਤਾ ਹੈ ਕਿ ਡੈਲਟਾ ਐਕਸ ਬਹੁਤ ਛੋਟਾ ਹੈ, ਅਸੀਂ ਇਸੇ ਨੂੰ ਹੀ ਡਿਫਰੈਂਸ਼ੀਅਲ ਆਫ y ਦਾ ਨਾਮ ਦਿੰਦੇ ਹਾਂ। ਦਿਸ ਇਜ਼ ਡਿਫਰੈਂਸ਼ੀਅਲ ਆਫ y, ਅਤੇ ਇਸੇ ਨੂੰ ਹੀ ਅਸੀਂ dy ਲਿਖ ਦਿੰਦੇ ਹਾਂ। ਇਹ ਸਾਡੇ ਕੋਲ dy ਦੀ ਵੈਲਿਊ ਆ ਜਾਂਦੀ ਹੈ। ਇਸ ਦੇ ਨਾਲ ਅਸੀਂ ਅਪਰੋਕਸੀਮੇਸ਼ਨਸ ਦੇ ਕੁਐਸਚਨ ਕਰ ਸਕਦੇ ਹਾਂ। ਹੁਣ ਅਸੀਂ ਇੰਪੋਰਟੈਂਟ ਟਰਮਸ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਐਬਸੋਲੂਟ ਐਰਰ ਦਾ ਮਤਲਬ ਹੈ ਕਿ x ਦੇ ਵਿੱਚ ਕਿੰਨੀ ਕੁ ਚੇਂਜ ਆਈ ਹੈ। x ਦੇ ਵਿੱਚ ਚੇਂਜ ਆਉਣ ਦੇ ਨਾਲ y ਦੇ ਵਿੱਚ ਕਿੰਨੀ ਚੇਂਜ ਆਏਗੀ, ਉਹ ਅਸੀਂ ਕਰਨੀ ਹੁੰਦੀ ਹੈ। ਡੈਲਟਾ ਐਕਸ ਇਜ਼ ਕਾਲਡ ਐਬਸੋਲੂਟ ਐਰਰ। ਉਸ ਤੋਂ ਬਾਅਦ ਹੈ ਰਿਲੇਟਿਵ ਐਰਰ। ਰਿਲੇਟਿਵ ਐਰਰ ਦਾ ਮਤਲਬ ਹੈ ਡੈਲਟਾ ਐਕਸ ਅਪੋਨ ਐਕਸ, ਦਿਸ ਇਜ਼ ਕਾਲਡ ਰਿਲੇਟਿਵ ਐਰਰ। ਐਂਡ ਪਰਸੈਂਟੇਜ ਐਰਰ ਇਜ਼ ਇੰਟੂ 100 ਕਰਕੇ ਅਸੀਂ ਪਰਸੈਂਟੇਜ ਐਰਰ ਕੱਢ ਲੈਂਦੇ ਹਾਂ। ਤਾਂ ਹੁਣ ਅਸੀਂ ਦੁਬਾਰਾ ਫਿਰ ਉਸੇ ਚੀਜ਼ 'ਤੇ ਆਉਂਦੇ ਹਾਂ। ਡੈਲਟਾ y ਜਦੋਂ ਲਿਮਿਟਿੰਗ ਪੋਜੀਸ਼ਨ ਦੇ ਵਿੱਚ ਅਸੀਂ ਲੈਣੀ ਹੈ, ਦਿਸ ਇਜ਼ ਕਾਲਡ ਪ੍ਰਿੰਸੀਪਲ ਵੈਲਿਊ ਜੋ ਡੈਲਟਾ y ਦੀ ਹੈ, ਇਸ ਨੂੰ ਅਸੀਂ dy ਦਾ ਨਾਮ ਦਿੰਦੇ ਹਾਂ। ਤਾਂ ਸੋ dy ਇਜ਼ ਇਕੁਅਲ ਟੂ ਐਫ ਡੈਸ਼ ਐਕਸ ਡੈਲਟਾ ਐਕਸ। ਐਫ ਡੈਸ਼ ਐਕਸ ਦਾ ਮਤਲਬ ਹੈ ਡੈਰੀਵੇਟਿਵ, dy by dx ਇੰਟੂ ਡੈਲਟਾ ਐਕਸ। ਤਾਂ ਇਸ ਤਰੀਕੇ ਦੇ ਨਾਲ ਸਾਡੇ ਕੋਲ dy ਦੀ ਵੈਲਿਊ ਕੀ ਆ ਗਈ, dy by dx ਇੰਟੂ ਡੈਲਟਾ ਐਕਸ। ਹੁਣ ਅਸੀਂ ਇੱਥੇ dy ਦਾ ਮਤਲਬ ਹੈ ਡੈਰੀਵੇਟਿਵ ਆਫ y, ਤਾਂ ਜੇ ਅਸੀਂ ਡੈਰੀਵੇਟਿਵ ਆਫ x ਦੇਖੀਏ ਤਾਂ ਇਹ ਸਾਡੇ ਕੋਲ ਬਣ ਜਾਏਗਾ dx ਇਕੁਅਲ ਟੂ dx ਅਪੋਨ dx ਡੋਟ ਡੈਲਟਾ ਐਕਸ। ਮਤਲਬ x ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ x ਉਹ 1 ਹੁੰਦਾ ਹੈ, ਤਾਂ ਇਸ ਲਈ ਸਾਡੇ ਕੋਲ dx ਅਤੇ ਡੈਲਟਾ ਐਕਸ ਸੇਮ ਆ ਜਾਂਦੀ ਹੈ। ਅਤੇ ਅਸੀਂ ਜਦੋਂ dy ਕੱਢਣਾ ਹੈ ਤਾਂ dy ਦੇ ਵਿੱਚ ਅਸੀਂ ਡੈਲਟਾ ਐਕਸ ਦੀ ਜਗ੍ਹਾ 'ਤੇ ਦੇਖੋ, ਸਾਡੇ ਕੋਲ dy ਦੇ ਵਿੱਚ ਇੱਥੇ ਡੈਲਟਾ ਐਕਸ ਸੀ, ਪਰ ਡੈਲਟਾ ਐਕਸ ਅਤੇ dx ਬਰਾਬਰ ਹਨ, ਇਸ ਲਈ ਅਸੀਂ dy ਦੀ ਵੈਲਿਊ ਕੀ ਕੱਢ ਲੈਂਦੇ ਹਾਂ, dy by dx ਇੰਟੂ dx। ਹੁਣ ਅਸੀਂ ਆਉਂਦੇ ਹਾਂ ਜਿਓਮੈਟਰੀਕਲ ਮੀਨਿੰਗ ਆਫ ਡਿਫਰੈਂਸ਼ੀਅਲਸ। ਡਿਫਰੈਂਸ਼ੀਅਲਸ ਦਾ ਜਿਓਮੈਟਰੀਕਲ ਮੀਨਿੰਗ ਕੀ ਹੈ, ਦੇਖੋ ਇੱਧਰ ਇਹ ਸਾਡੇ ਕੋਲ ਗ੍ਰਾਫ ਹੈ, ਪੀ ਕਿਊ ਐਨੀ 2 ਪੁਆਇੰਟਸ ਹਨ। ਇੱਕ ਪੁਆਇੰਟ ਸਾਡੇ ਕੋਲ P ਹੈ, ਇੱਕ Q ਹੈ। ਦੋ ਨੇਬਰਿੰਗ ਪੁਆਇੰਟ ਲੈ ਕੇ ਚੱਲਦੇ ਹਾਂ। ਇੱਕ ਦੇ ਕੋਆਰਡੀਨੇਟਸ XY ਹਨ, ਦੂਸਰੇ ਦੇ x ਪਲੱਸ ਡੈਲਟਾ ਐਕਸ ਅਤੇ y ਪਲੱਸ ਡੈਲਟਾ y। ਤਾਂ ਜੇ ਅਸੀਂ ਇਸ ਦੀ PQ ਦੀ ਸਲੋਪ ਕੱਢੀਏ ਤਾਂ ਉਹ ਸਾਡੇ ਕੋਲ ਆਉਂਦੀ ਹੈ y2 ਮਾਈਨਸ y1 ਓਵਰ x2 ਮਾਈਨਸ x1। ਤਾਂ y2 ਮਾਈਨਸ y1 ਸਾਡੇ ਕੋਲ ਡੈਲਟਾ y ਆ ਜਾਏਗਾ, ਅਤੇ x2 ਮਾਈਨਸ x1 ਜੋ ਹੈ ਸਾਡੇ ਕੋਲ ਉਹ ਡੈਲਟਾ x ਆ ਜਾਏਗਾ। ਤਾਂ ਇਸ ਤਰੀਕੇ ਦੇ ਨਾਲ ਸਾਡੇ ਕੋਲ ਇਹ PQ ਦੀ ਜਿਹੜੀ ਸੈਕੰਡ ਲਾਈਨ ਹੈ, ਇਸ ਦੀ ਸਲੋਪ ਆ ਜਾਂਦੀ ਹੈ, ਦੈਟ ਇਜ਼ ਡੈਲਟਾ y ਬਾਈ ਡੈਲਟਾ ਐਕਸ। ਡੈਲਟਾ y ਬਾਈ ਡੈਲਟਾ ਐਕਸ ਇਹ ਸਾਡੇ ਕੋਲ PQ ਦੀ ਸਲੋਪ ਹੈ। ਪਰ ਜਦੋਂ ਅਸੀਂ ਲਿਮਿਟਿੰਗ ਪੋਜੀਸ਼ਨ ਦੀ ਗੱਲ ਕਰਾਂਗੇ, ਲਿਮਿਟਿੰਗ ਦਾ ਕੀ ਮਤਲਬ ਹੈ ਕਿ ਜੋ P ਐਂਡ Q ਆਰ ਵੈਰੀ ਨੀਅਰ, ਮਤਲਬ Q ਹੈ ਜੋ P ਨੂੰ ਅਪਰੋਚ ਕਰ ਰਿਹਾ ਹੈ, ਤਾਂ ਜਦੋਂ Q ਪੁਆਇੰਟ P ਦੇ ਨੇੜੇ ਆ ਗਿਆ
ਤਾਂ ਜਿਹੜੀ ਇਹ PQ ਲਾਈਨ ਸਿਕੈਂਟ ਹੈ ਫਿਰ ਉਹ ਟੇਂਜੈਂਟ ਬਣ ਜਾਵੇਗੀ, ਟੇਂਜੈਂਟ ਲਾਈਨ PR ਬਣ ਜਾਵੇਗੀ। ਤੇ ਜੋ PR ਹੈ, PR ਲਾਈਨ ਦੀ ਸਲੋਪ ਉਹ ਜੋ ਹੁੰਦੀ ਹੈ ਉਹ ਸਾਡੇ ਕੋਲ ਉਸੇ ਦਾ ਹੀ ਨਾਮ dy/dx ਹੁੰਦਾ ਹੈ। ਇਹ ਕਦੋਂ ਲੈਂਦੇ ਹਾਂ ਸਲੋਪ ਆਫ ਟੇਂਜੈਂਟ, ਜਦੋਂ ਡੈਲਟਾ x 0 ਨੂੰ ਟੈਂਡ ਕਰਦਾ ਹੈ। ਤਾਂ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਦੇਖੋ PQ ਦੇ ਵਿੱਚ ਅਤੇ ਟੇਂਜੈਂਟ ਦੇ ਵਿੱਚ ਕੀ ਫ਼ਰਕ ਹੈ। dy ਲਿਮਟਿੰਗ ਪੋਜੀਸ਼ਨ ਦੇ ਵਿੱਚ ਜੋ ਹੈ ਡੈਲਟਾ x ਜਦੋਂ 0 ਨੂੰ ਟੈਂਡ ਕਰੇਗਾ, ਡੈਲਟਾ x ਇਹ ਤਾਂ ਸੇਮ ਹੈ, ਡੈਲਟਾ x ਅਤੇ dx ਤਾਂ ਸੇਮ ਹਨ, ਪਰ ਜੋ ਡੈਲਟਾ y ਹੈ ਉਹ dy ਦੇ ਅਪਰੋਕਸੀਮੇਟ ਇਕੁਅਲ ਆਏਗਾ। ਕਦੋਂ ਇਕੁਅਲ ਆਏਗਾ, ਆ ਦੇਖੋ dy ਸਾਡੇ ਕੋਲ ਇੰਨਾ ਕੁ ਹੈ ਅਤੇ ਡੈਲਟਾ y ਸਾਡੇ ਕੋਲ ਇਹ ਹੈ, ਪਰ ਜਿਵੇਂ ਜਿਵੇਂ QP ਦੇ ਨੇੜੇ ਆ ਜਾਏਗਾ ਤਾਂ ਇਹ ਦੋਨੋਂ ਅਪਰੋਕਸੀਮੇਟਲੀ ਇਕੁਅਲ ਆ ਜਾਣਗੇ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਕੁਐਸਚਨਸ ਕਰਨੇ ਹਨ, ਕੁਐਸਚਨਸ ਦੇ ਵਿੱਚ ਸਾਡੇ ਕੋਲ ਕੀ ਹੈ, ਅਸੀਂ ਡਿਫਰੈਂਸ਼ੀਅਲਸ ਨੂੰ ਯੂਜ਼ ਕਰਕੇ ਅਪਰੋਕਸੀਮੇਟ ਵੈਲਿਊਜ਼ ਕਰਨੀਆਂ ਹਨ ਫੰਕਸ਼ਨ ਦੀਆਂ। ਤਾਂ ਉਦੋਂ ਅਸੀਂ ਕਿਸ ਤਰੀਕੇ ਦੇ ਨਾਲ ਅਪਰੋਚ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਫੰਕਸ਼ਨਲ ਰਿਲੇਸ਼ਨਸ਼ਿਪ ਡਿਫਾਈਨ ਕਰਾਂਗੇ। ਵੈਸੇ ਅਸੀਂ ਜਦੋਂ ਕੁਐਸਚਨ ਕਰਾਂਗੇ ਸਾਨੂੰ ਇਹ ਚੀਜ਼ ਸਮਝ ਆ ਜਾਏਗੀ, ਬੇਟਾ ਇੱਕ ਵਾਰ ਐਲਗੋਰਿਥਮ ਦੇਖ ਲਓ। ਸਭ ਤੋਂ ਪਹਿਲਾਂ ਜਿਵੇਂ ਕਿ y ਨੂੰ x ਦਾ ਫੰਕਸ਼ਨ, ਕੋਈ ਵੀ y ਜੋ ਹੈ ਉਹ x ਦਾ ਫੰਕਸ਼ਨ ਰਿਪਰੈਜ਼ੈਂਟ ਕਰਨਾ ਹੈ, ਤਾਂ ਅਸੀਂ ਫੰਕਸ਼ਨਲ ਰਿਲੇਸ਼ਨ ਸ਼ੋ ਕਰਨਾ ਹੈ x ਤੇ y ਦੇ ਵਿੱਚ। x ਇੰਡੀਪੈਂਡੈਂਟ ਵੇਰੀਏਬਲ ਹੈ ਅਤੇ y ਡਿਪੈਂਡੈਂਟ ਵੇਰੀਏਬਲ ਹੈ। ਉਸ ਤੋਂ ਬਾਅਦ ਕੀ ਹੈ, ਅਸੀਂ x ਦੀ ਉਹ ਵੈਲਿਊ ਫਾਈਂਡ ਆਊਟ ਕਰਨੀ ਹੈ ਨੀਅਰੈਸਟ, ਜਿਹੜੀ ਕਿ ਅਸੀਂ ਫਾਈਂਡ ਆਊਟ ਕਰਨੀ ਹੈ ਉਸਦੇ ਨੀਅਰੈਸਟ ਜਿਹਦੇ ਉੱਪਰ ਸਾਨੂੰ y ਦੀ ਵੈਲਿਊ ਈਜ਼ੀਲੀ ਫਾਈਂਡ ਆਊਟ ਹੁੰਦੀ ਹੈ। ਸਪੋਜ਼ ਕਰੋ ਸਾਡੇ ਕੋਲ ਕੁਐਸਚਨ ਹੈ ਕਿ 65 ਫਾਈਂਡ ਆਊਟ ਕਰੋ, ਇਸ ਦੀ ਅਪਰੋਕਸੀਮੇਟ ਵੈਲਿਊ ਫਾਈਂਡ ਆਊਟ ਕਰੋ। ਤਾਂ ਸਾਨੂੰ 64 ਦੇ ਉੱਪਰ ਪਤਾ ਹੈ ਕਿਉਂਕਿ 64 4 ਦਾ ਕਿਊਬ ਹੈ, ਤਾਂ ਇਸ ਦੀ ਵੈਲਿਊ 4 ਆਉਂਦੀ ਹੈ ਜੋ ਅਸੀਂ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ। ਅਤੇ 65 ਜੋ ਹੈ 64 ਦੇ ਬਹੁਤ ਨੇੜੇ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ x ਦੀ ਉਹ ਵੈਲਿਊ ਚੂਜ਼ ਕਰਨੀ ਹੈ ਜਿਹਦੇ ਉੱਪਰ ਸਾਨੂੰ y ਦੀ ਵੈਲਿਊ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ। ਸਟੈਪ ਨੰਬਰ 3 ਉਸਦੇ ਵਿੱਚ ਅਸੀਂ ਕੀ ਕਰਨਾ ਹੈ, denote the value of x for which we have to find the y। ਫਿਰ ਅਸੀਂ ਕੀ ਕਰਨਾ ਹੈ, ਜੋ ਅਸੀਂ ਵੈਲਿਊ ਕਰਨੀ ਹੈ, ਜਿਵੇਂ ਅਸੀਂ 65 ਦੀ ਕਰਨੀ ਹੈ 65 ਤਾਂ x ਪਲਸ ਡੈਲਟਾ x ਨੂੰ 65 ਦੇ ਇਕੁਅਲ ਰੱਖਣਾ ਹੈ। ਉੱਥੋਂ ਅਸੀਂ x ਦੀ ਵੈਲਿਊ 64 ਲੈ ਕੇ ਸਾਨੂੰ ਇਹਦਾ ਪੂਰਾ ਆਨਸਰ ਪਤਾ ਸੀ, ਅਤੇ ਇਹਦਾ ਮਤਲਬ ਕੀ ਹੈ ਡੈਲਟਾ x ਦੀ ਵੈਲਿਊ ਸਾਡੇ ਕੋਲ ਇਸ ਕੁਐਸਚਨ ਦੇ ਵਿੱਚ 1 ਆ ਜਾਏਗੀ। ਉਸ ਤੋਂ ਬਾਅਦ ਕੀ ਲੈਣਾ ਹੈ, ਕਿਉਂਕਿ ਡੈਲਟਾ x ਅਤੇ dx ਅਸੀਂ ਹੁਣੇ ਹੀ ਦੇਖਿਆ ਸੀ ਕਿ ਜਮੈਟ੍ਰੀਕਲੀ ਵੀ ਦੇਖਿਆ ਹੈ ਕਿ dx ਅਤੇ ਡੈਲਟਾ x ਇਕੁਅਲ ਹਨ, ਤਾਂ dx ਦੀ ਜਗ੍ਹਾ 'ਤੇ ਅਸੀਂ ਡੈਲਟਾ x ਜਾਂ ਡੈਲਟਾ x ਦੀ ਜਗ੍ਹਾ 'ਤੇ dx ਲਿਖ ਸਕਦੇ ਹਾਂ। ਉਸ ਤੋਂ ਬਾਅਦ 5ਵੇਂ ਸਟੈਪ ਦੇ ਵਿੱਚ ਅਸੀਂ dy/dx ਲੈਣਾ ਹੈ। dy/dx ਕੱਢ ਕੇ ਉਸਦੇ ਵਿੱਚ x ਦੀ ਉਹ ਵੈਲਿਊ ਪੁੱਟ ਕਰਨੀ ਹੈ ਜਿਸ ਦੇ ਉੱਪਰ ਸਾਨੂੰ ਇਹਦੀ ਪੂਰੀ ਕੈਲਕੂਲੇਸ਼ਨ ਆਉਂਦੀ ਹੈ। ਉਹੀ ਉੱਪਰ ਜੋ ਅਸੀਂ ਸੈਕਿੰਡ ਸਟੈਪ ਦੇ ਵਿੱਚ x ਦੀ ਵੈਲਿਊ 64 ਲਈ ਸੀ, ਤਾਂ ਇਹਦੇ ਵਿੱਚ x ਦੀ ਵੈਲਿਊ 64 ਭਰਨੀ ਹੈ। ਉਸ ਤੋਂ ਬਾਅਦ ਜੋ ਅਗਲਾ ਸਟੈਪ ਹੈ ਉਸਦੇ ਵਿੱਚ ਕੀ ਹੈ, find dy by using the relation। ਉਸ ਤੋਂ ਬਾਅਦ ਅਸੀਂ dy ਕਰਨਾ ਹੈ dy/dx into dx, ਇਹ ਅਸੀਂ ਕਰ ਲੈਣਾ ਹੈ। ਉਸ ਤੋਂ ਬਾਅਦ ਫਿਰ ਅਸੀਂ ਡੈਲਟਾ y ਅਤੇ dy ਨੂੰ ਅਪਰੋਕਸੀਮੇਟ ਇਕੁਅਲ ਮੰਨ ਲੈਂਦੇ ਹਾਂ, ਅਤੇ ਐਂਡ ਦੇ ਵਿੱਚ y ਦੀ ਵੈਲਿਊ ਇੱਕ ਅਸੀਂ x ਦੀ ਵੈਲਿਊ ਜੋ ਸਾਨੂੰ ਪਤਾ ਸੀ ਉਹ ਕੱਢ ਕੇ ਪੁੱਟ ਕਰਕੇ ਕਰਨੀ ਹੈ, ਅਤੇ ਉਸ ਤੋਂ ਬਾਅਦ y ਅਤੇ ਡੈਲਟਾ y ਨੂੰ ਐਡ ਕਰ ਦੇਣਾ ਹੈ। ਇਸ ਤਰੀਕੇ ਦੇ ਨਾਲ ਸਾਡਾ ਇਹ ਕੁਐਸਚਨ, ਅਸੀਂ ਇਸ ਤਰੀਕੇ ਨਾਲ ਇਹ ਕੁਐਸਚਨਸ ਨੂੰ ਸੋਲਵ ਕਰ ਸਕਦੇ। ਦੇਖੋ ਉਸੇ ਚੀਜ਼ ਨੂੰ ਅਸੀਂ ਦੁਬਾਰਾ ਰਿਪਰੈਜ਼ੈਂਟ ਕਰਦੇ ਹਾਂ। ਮੰਨ ਲਓ y = fx ਇੱਕ x ਦਾ ਫੰਕਸ਼ਨ ਹੈ ਅਤੇ ਡੈਲਟਾ x ਸਮਾਲ ਚੇਂਜ ਹੈ, ਤਾਂ ਡੈਲਟਾ y ਕੋਰਸਪੋਂਡਿੰਗ ਚੇਂਜ ਆ ਗਈ, ਜਿਵੇਂ ਕਿ ਅਸੀਂ ਡੈਰੀਵੇਟਿਵ ਦੀ ਡੈਫੀਨੇਸ਼ਨ ਦੇ ਵਿੱਚ ਪੜ੍ਹਿਆ ਸੀ। ਤਾਂ ਉਸ ਦੇ ਵਿੱਚ ਸਾਡੇ ਕੋਲ ਕੀ ਹੈ, y + ਡੈਲਟਾ y = f of x + ਡੈਲਟਾ x। ਦੋ ਦੇ ਵਿੱਚੋਂ ਇਕੁਏਸ਼ਨ ਨੰਬਰ 1 ਨੂੰ ਸਬਟਰੈਕਟ ਕਰ ਦਿੱਤਾ, ਅਤੇ ਉਸ ਤੋਂ ਬਾਅਦ ਸਾਡੇ ਕੋਲ ਦੋਨੇ ਪਾਸੇ ਡੈਲਟਾ x ਨਾਲ ਡਿਵਾਈਡ ਕਰ ਦਿੱਤਾ ਅਤੇ ਲਿਮਿਟ ਲੈ ਲਈ। ਲਿਮਿਟ ਲੈਣ ਤੋਂ ਬਾਅਦ ਸਾਡੇ ਕੋਲ ਜੋ ਲਿਮਟਿੰਗ ਪੋਜੀਸ਼ਨ ਹੈ ਉਹਦੇ ਨਾਲ ਸਾਡੇ ਕੋਲ f' ਦੀ ਵੈਲਿਊ ਆ ਜਾਂਦੀ ਹੈ। ਸੋ ਲਿਮਿਟ ਡੈਲਟਾ x ਟੈਂਡਸ ਟੂ 0 ਡੈਲਟਾ y/ਡੈਲਟਾ x = f'। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ, ਡੈਲਟਾ y/ਡੈਲਟਾ x ਨੂੰ ਅਸੀਂ ਕਿਸ ਚੀਜ਼ ਦੇ ਇਕੁਅਲ ਰੱਖਣਾ ਹੈ, f' + ਐਪਸਾਈਲਨ ਇਜ਼ ਵੈਰੀ ਸਮਾਲ ਕੁਆਂਟਿਟੀ। ਇੱਥੋਂ ਅਸੀਂ ਡੈਲਟਾ y ਦੀ ਵੈਲਿਊ ਕੱਢ ਲਈ। ਜੋ ਡੈਲਟਾ y ਦੀ ਵੈਲਿਊ ਹੈ ਇਸੇ ਨੂੰ ਹੀ ਅਸੀਂ ਪ੍ਰਿੰਸੀਪਲ ਵੈਲਿਊ, ਜਦੋਂ ਅਸੀਂ ਐਪਸਾਈਲਨ ਅਤੇ ਡੈਲਟਾ x ਨੂੰ ਅਪਰੋਕਸੀਮੇਟ 0 ਮੰਨ ਲਵਾਂਗੇ, ਇਸੇ ਨੂੰ ਹੀ ਪ੍ਰਿੰਸੀਪਲ ਵੈਲਿਊ ਕਹਿੰਦੇ ਹਾਂ, ਅਤੇ ਇਸ ਨੂੰ ਅਸੀਂ dy ਦੇ ਨਾਲ ਡਿਨੋਟ ਕਰਦੇ ਹਾਂ। ਦਿਸ ਇਜ਼ ਕਾਲਡ ਡਿਫਰੈਂਸ਼ੀਅਲ ਆਫ y। ਤਾਂ ਅਸੀਂ y ਦੇ ਵਿੱਚ ਚੇਂਜ ਕੱਢਣ ਦੇ ਲਈ, ਜਦੋਂ ਅਸੀਂ y ਦੇ ਵਿੱਚ ਅਪਰੋਕਸੀਮੇਟ ਫੰਕਸ਼ਨ ਦੇ ਵਿੱਚ ਕੋਈ ਚੇਂਜ ਕਰਨੀ ਹੁੰਦੀ ਹੈ, ਤਾਂ ਅਸੀਂ ਡੈਲਟਾ y = dy/dx into ਡੈਲਟਾ x ਯੂਜ਼ ਕਰਦੇ ਹਾਂ।
ਤਾਂ ਸਾਡੇ ਕੋਲ ਜੇਕਰ ਅਸੀਂ ਪੂਰੇ ਫੰਕਸ਼ਨ ਦੀ ਵੈਲਿਊ ਕਰਨੀ ਹੈ ਤਾਂ y + dy/dx ਇੰਟੂ ਡੈਲਟਾ x ਯੂਜ਼ ਕਰਨਾ ਹੈ। ਤਾਂ ਸਾਡੇ ਕੋਲ dy = dy/dx ਇੰਟੂ ਡੈਲਟਾ x, ਜਦੋਂ ਅਸੀਂ x ਦੀ y ਦੀ ਜਗ੍ਹਾ 'ਤੇ x ਪੁੱਟ ਕੀਤਾ ਤਾਂ dx ਤੇ ਡੈਲਟਾ x ਇਕੁਅਲ ਆ ਗਏ। ਤਾਂ dy ਦੀ ਵੈਲਿਊ ਸਾਡੇ ਕੋਲ ਅਲਟੀਮੇਟਲੀ ਆ ਰਹਿ ਜਾਂਦੀ ਹੈ dy = dy/dx ਇੰਟੂ dx। ਦੇਖੋ ਬੇਟਾ, ਜੋ ਇੱਥੇ ਸਾਡੇ ਕੋਲ dy/dx ਹੈ, ਇਸ ਦਾ ਮਤਲਬ ਕੀ ਹੈ? ਦਿਸ ਇਜ਼ ਡੈਰੀਵੇਟਿਵ ਆਫ y ਵਿਦ ਰਿਸਪੈਕਟ ਟੂ x। ਠੀਕ ਹੈ, ਇਹ ਨਹੀਂ ਹੈ ਕਿ dy ਨੂੰ ਅਸੀਂ dx ਨਾਲ ਡਿਵਾਈਡ ਕੀਤਾ ਹੈ, ਦਿਸ ਇਜ਼ ਡੈਰੀਵੇਟਿਵ, ਜਿਵੇਂ ਕਿ ਅਸੀਂ ਡੈਰੀਵੇਟਿਵ ਦੇ ਵਿੱਚ ਪੜ੍ਹ ਚੁੱਕੇ ਹਾਂ। ਨਾਓ ਅਸੀਂ ਐਕਸਰਸਾਈਜ਼ ਐਪਲੀਕੇਸ਼ਨ ਆਫ ਡੈਰੀਵੇਟਿਵਸ ਐਕਸਰਸਾਈਜ਼ 6.4 ਦੇ ਫਸਟ ਕੁਐਸਚਨ 'ਤੇ ਆਉਂਦੇ ਹਾਂ। ਫਸਟ ਕੁਐਸਚਨ ਦੇ 15 ਪਾਰਟਸ ਹਨ। ਇਸ ਦੇ ਵਿੱਚ ਹਰੇਕ ਪਾਰਟ ਦੇ ਵਿੱਚ ਕੀ ਹੈ? ਯੂਜ਼ਿੰਗ ਡਿਫਰੈਂਸ਼ੀਅਲਸ ਫਾਈਂਡ ਦਾ ਅਪਰੋਕਸੀਮੇਟ ਵੈਲਿਊ ਆਫ ਈਚ ਆਫ ਦਾ ਫੋਲੋਇੰਗ ਅਪ ਟੂ 3 ਪਲੇਸਿਸ ਆਫ ਡੈਸੀਮਲ। ਜਿਵੇਂ ਕਿ ਫਸਟ ਕੁਐਸਚਨ ਹੈ, ਹਰੇਕ ਕੁਐਸਚਨ ਦਾ ਪ੍ਰੋਸੀਜਰ ਐਲਗੋਰਿਥਮ ਸੇਮ ਹੋਏਗਾ, ਉਹੀ ਸਟੈਪ ਜੋ ਕਿ ਅਸੀਂ ਪਹਿਲਾਂ ਡਿਸਕਸ ਕੀਤੇ ਹਨ ਉਹੀ ਆਉਣਗੇ। ਦੇਖੋ ਬੇਟਾ, ਅਸੀਂ 25.3 ਦਾ ਸਕੁਏਅਰ ਰੂਟ ਫਾਈਂਡ ਆਊਟ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਨੰਬਰ 1 ਦੇ ਉੱਪਰ ਫੰਕਸ਼ਨ ਡਿਫਾਈਨ ਕਰਨਾ ਹੈ ਡਿਪੈਂਡੈਂਟ ਤੇ ਇੰਡੀਪੈਂਡੈਂਟ ਵੇਰੀਏਬਲ ਦਾ, ਕਿਉਂਕਿ ਜੋ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ ਉਹ ਸਕੁਏਅਰ ਰੂਟ ਵਾਲੀ ਹੈ, ਤਾਂ ਅਸੀਂ ਫੰਕਸ਼ਨ ਲਵਾਂਗੇ y = ਸਕੁਏਅਰ ਰੂਟ x, ਪਹਿਲਾ ਸਟੈਪ। ਉਸ ਤੋਂ ਬਾਅਦ ਕੀ ਹੈ? ਅਸੀਂ x ਦੀ ਉਹ ਵੈਲਿਊ ਫਾਈਂਡ ਆਊਟ ਕਰਨੀ ਹੈ ਜੋ ਕਿ 25.3 ਇਸ ਦੇ ਕਲੋਜ਼ ਵੀ ਹੋਵੇ ਅਤੇ ਸਾਨੂੰ ਉਸਦੇ ਪੂਰਾ ਸਕੁਏਅਰ ਰੂਟ ਪਤਾ ਹੋਵੇ। ਕਿਉਂਕਿ 25 ਇਸ ਦਾ ਸਕੁਏਅਰ ਰੂਟ 5 ਹੁੰਦਾ ਹੈ, ਤਾਂ ਅਸੀਂ x ਨੂੰ 25 ਲੈਣਾ ਹੈ ਅਤੇ x + ਡੈਲਟਾ x ਜਿਸ ਦੀ ਵੈਲਿਊ ਅਸੀਂ ਕੱਢਣੀ ਹੈ ਉਹ ਸਾਡੇ ਕੋਲ 25.3 ਹੈ। ਤਾਂ ਇੱਥੋਂ ਅਸੀਂ ਡੈਲਟਾ x ਦੀ ਵੈਲਿਊ ਕੱਢ ਲਈ, ਉਹ ਸਾਡੇ ਕੋਲ 0.3 ਆ ਗਿਆ। ਉਸ ਤੋਂ ਬਾਅਦ ਕੀ ਕਰਨਾ ਹੈ? ਥਰਡ ਸਟੈਪ ਦੇ ਵਿੱਚ ਜਦੋਂ x ਦੀ ਵੈਲਿਊ 25 ਭਰਦੇ ਹਾਂ ਤਾਂ y ਦੀ ਵੈਲਿਊ ਉਦੋਂ ਐਕਚੁਅਲ ਕਿੰਨੀ ਆਉਂਦੀ ਹੈ? ਉਹ ਸਾਡੇ ਕੋਲ 25 ਦਾ ਸਕੁਏਅਰ ਰੂਟ 5 ਆਏਗਾ। ਤਾਂ ਸਾਨੂੰ ਇਹ ਪਤਾ ਹੈ ਕਿ ਜੇ ਸਾਡੇ ਕੋਲ ਵੈਲਿਊ x ਦੀ 25 ਹੁੰਦੀ, 25 ਦਾ ਸਕੁਏਅਰ ਰੂਟ, ਤਾਂ ਅਸੀਂ ਉਸਦੀ ਵੈਲਿਊ ਆਂਸਰ 5 ਕੱਢਣਾ ਸੀ। ਉਸ ਤੋਂ ਬਾਅਦ ਅਸੀਂ ਡਿਫਰੈਂਸ਼ੀਅਲਸ ਦਾ ਜੋ ਡਿਫਰੈਂਸ਼ੀਅਲ ਆਫ y ਉਸਦਾ ਫਾਰਮੂਲਾ ਬਣਾਇਆ ਸੀ, ਉਹ ਕੀ ਹੈ ਸਾਡੇ ਕੋਲ? dy = dy/dx ਇੰਟੂ ਡੈਲਟਾ x ਜਾਂ dx, ਇੱਕੋ ਹੀ ਗੱਲ ਹੈ ਕਿਉਂਕਿ ਦੋਨੋਂ ਬਰਾਬਰ ਹਨ। ਤਾਂ ਸਭ ਤੋਂ ਪਹਿਲਾਂ ਅਸੀਂ dy/dx ਲੈਣਾ ਹੈ। y ਇਜ਼ ਸਕੁਏਅਰ ਰੂਟ x, ਇਸ ਦਾ ਡੈਰੀਵੇਟਿਵ ਪਾਵਰ ਅੱਗੇ ਆ ਜਾਏਗੀ 1/2 ਅਤੇ ਉਸਦੀ ਪਾਵਰ ਇੱਕ ਘਟਾ ਕੇ -1/2 ਨੀਚੇ ਆ ਗਿਆ, 1/2 ਰੂਟ x ਆ ਗਿਆ। ਨਾਲ ਜੋ ਡੈਲਟਾ x ਹੈ, ਜੋ ਚੇਂਜ ਹੈ ਉਹ ਸੀ 0.3 ਉਹ ਭਰ ਦਿੱਤੀ, ਅਤੇ ਰੂਟ x ਦੇ ਵਿੱਚ ਵੀ x ਦੀ ਉਹੀ ਵੈਲਿਊ ਪੁੱਟ ਕਰਨੀ ਹੈ ਜੋ ਜਿਸ ਦੇ ਉੱਪਰ ਸਾਨੂੰ ਪੂਰਾ ਆਂਸਰ ਪਤਾ ਹੈ। ਜਿਵੇਂ ਕਿ ਅਸੀਂ x ਦੀ ਵੈਲਿਊ 25 ਲਈ ਸੀ, ਤਾਂ ਇੱਥੇ ਅਸੀਂ x ਦੀ ਵੈਲਿਊ 25 ਭਰ ਕੇ 5 ਆਂਸਰ ਕੱਢਾਂਗੇ, ਤਾਂ ਉਹ ਅਸੀਂ 5 ਭਰ ਕੇ 2 × 5 10 0.03। ਤਾਂ ਅਸੀਂ ਇੰਨੀ ਵੈਲਿਊ ਡੈਲਟਾ y ਦੀ ਅਪਰੋਕਸੀਮੇਟ ਚੇਂਜ ਦੀ ਵੈਲਿਊ ਸੀ ਇਹ ਕੱਢ ਲਈ। ਪਰ ਅਸੀਂ ਪੂਰਾ ਆਂਸਰ ਕਰਨਾ ਹੈ 25.3 ਸਕੁਏਅਰ ਰੂਟ ਦਾ, ਤਾਂ ਇਸ ਦਾ ਆਂਸਰ ਹਮੇਸ਼ਾ ਹੀ y + ਡੈਲਟਾ y ਆਏਗਾ। y ਦਾ ਮਤਲਬ ਜਦੋਂ 25 ਪਰ ਅਸੀਂ ਸਾਡਾ ਆਂਸਰ 5 ਆਇਆ ਸੀ, ਪਲੱਸ ਜੋ dy ਕੱਢਿਆ ਹੈ, dy ਅਤੇ ਡੈਲਟਾ y ਇਕੁਅਲ ਹਨ, ਤਾਂ ਉਹ ਸਾਡੇ ਕੋਲ ਦੋਨਾਂ ਨੂੰ ਐਡ ਕਰਕੇ ਸਾਡੇ ਕੋਲ ਇਸ ਦਾ ਆਂਸਰ 5.03 ਆ ਜਾਏਗਾ। ਇਸੇ ਤਰੀਕੇ ਨਾਲ ਸੈਕਿੰਡ ਕੁਐਸਚਨ 49.5 ਫੰਕਸ਼ਨ ਡਿਫਾਈਨ ਕੀਤਾ y = ਰੂਟ x, x ਦੀ ਵੈਲਿਊ 49, x + ਡੈਲਟਾ x 49.5, ਡੈਲਟਾ x ਦੀ ਵੈਲਿਊ ਘਟਾ ਕੇ ਆ ਗਈ 0.5। ਜਦੋਂ 49 ਲੈਂਦੇ ਹਾਂ y ਦੀ ਵੈਲਿਊ 7 ਆਉਂਦੀ ਹੈ। dy/dx ਇੰਟੂ ਡੈਲਟਾ x ਲਗਾਉਣਾ ਹੈ, ਡੈਰੀਵੇਟਿਵ ਲਿਆ, ਡੈਰੀਵੇਟਿਵ ਲੈ ਕੇ ਨਾਲ ਡੈਲਟਾ x ਨਾਲ ਮਲਟੀਪਲਾਈ ਕਰਨਾ ਹੈ। x ਦੀ ਵੈਲਿਊ ਇਸ ਦੇ ਵਿੱਚ 49 ਭਰਨੀ ਹੈ, ਤਾਂ 1/28। ਇਸ ਨੂੰ ਡੈਸੀਮਲ ਦੇ ਵਿੱਚ ਕਰਨਾ ਹੈ ਕਿਉਂਕਿ ਸਾਡੇ ਕੋਲ ਜੋ ਕੁਐਸਚਨ ਹਨ ਉਹ ਹਨ ਕਰੈਕਟ ਟੂ 3 ਪਲੇਸਿਸ ਆਫ ਡੈਸੀਮਲ, ਤਾਂ ਅਸੀਂ ਡੈਸੀਮਲ ਤੋਂ ਬਾਅਦ ਘੱਟੋ ਘੱਟ 4 ਡਿਜਿਟਸ ਤੱਕ ਆਂਸਰ ਕੱਢਦੇ ਹਾਂ। ਤਾਂ ਜਦੋਂ ਅਸੀਂ ਪੂਰੇ ਫੰਕਸ਼ਨ ਦੀ ਵੈਲਿਊ ਕਰਨੀ ਹੈ ਤਾਂ ਉਹ y + ਡੈਲਟਾ y ਆਏਗੀ। y ਦੀ ਵੈਲਿਊ 7 ਸੀ, 7 ਦੇ ਵਿੱਚ ਇਸ ਨੂੰ ਆਂਸਰ ਨੂੰ ਐਡ ਕਰ ਦਿੱਤਾ, ਸਾਡੇ ਕੋਲ ਇਸ ਦਾ ਆਂਸਰ ਆ ਜਾਂਦਾ ਹੈ। ਥਰਡ ਕੁਐਸਚਨ ਵੀ ਸਕੁਏਅਰ ਰੂਟ ਦਾ ਹੀ ਹੈ 0.6। ਹੁਣ ਦੇਖੋ 0.6 ਮੀਨਸ 6/10, ਇਸ ਦਾ ਸਕੁਏਅਰ ਰੂਟ ਇਹ ਜੇ ਦੇਖੀਏ ਤਾਂ ਸਾਨੂੰ ਇਸ ਦਾ ਕਿਸੇ ਨਜ਼ਦੀਕ ਨੰਬਰ ਦਾ ਸਕੁਏਅਰ ਰੂਟ ਨਹੀਂ ਪਤਾ, ਪਰ ਜੇ ਅਸੀਂ 0.60 ਸਮਝ ਕੇ ਕਰੀਏ ਤਾਂ 0.64 ਦਾ ਸਕੁਏਅਰ ਰੂਟ ਸਾਨੂੰ ਪਤਾ ਹੈ ਕਿਉਂਕਿ ਉਹ ਕਿੰਨਾ ਆਵੇਗਾ 0.8। ਤਾਂ ਇਸ ਲਈ ਅਸੀਂ x ਨੂੰ 0.64 ਲੈ ਲਿਆ, ਤਾਂ ਡੈਲਟਾ x ਦੀ ਵੈਲਿਊ ਮਾਈਨਸ ਦੇ ਵਿੱਚ ਵੀ ਆ ਸਕਦੀ ਹੈ -0.04। ਤਾਂ ਜਦੋਂ 0.64 ਲੈਂਦੇ ਹਾਂ x ਨੂੰ, y ਦੀ ਵੈਲਿਊ 0.8 ਆ ਜਾਏਗੀ। ਉਸ ਤੋਂ ਬਾਅਦ ਕੀ ਹੈ dx ਅਤੇ ਡੈਲਟਾ x ਇਕੁਅਲ ਹਨ, ਤਾਂ ਉਹ ਸਾਡੇ ਕੋਲ -0.04
y इज इक्वल टू रूट एक्स असी डेरीवेटिव लिया, डेरीवेटिव दे विच एक्स की वैल्यू 0.64 भर के असी डी वाई बाई डी एक्स कर लिया। असी डी वाई करना है, डी वाई इज इक्वल टू डी वाई बाई डी एक्स इंटू डी एक्स लिख दो चाहे डेल्टा एक्स लिख लो। तो डी वाई बाई डी एक्स 0.625 या 5/8 आ गया इंटू माइनस 0.04 इसकी कैलकुलेशन साढ़े को आ गई। तो ये साढ़े को डी वाई या डेल्टा वाई इक्को ही गल है, असी डेल्टा वाई की वैल्यू कढ़ ली। तो पूरे का आंसर की आएगा वाई प्लस डेल्टा वाई, ये क्योंकि माइनस के विच है तो असी सबट्रैक्ट कर देना है, साढ़े को इसका आंसर आ जाएगा। उस अगला क्वेश्चन है क्यूब रूट का 0.009 रेज़ टू पावर 1/3। तो असी वाई इज इक्वल टू 1 एक्स रेज़ टू पावर 1/3 फंक्शन लवांगे क्योंकि क्यूबिक का क्वेश्चन है, क्यूब रूट करना है असी। तो 0.008 का सानू एग्जैक्ट आंसर पता है 0.2 आएगा। तो असी एक्स नू उन्ना ले लिया, डेल्टा एक्स की वैल्यू 0.001। उस तो बाद वाई का डेरीवेटिव लिया, डी वाई बाई डी एक्स लेना है। जो 0.008 लेंदे हाँ वाई की वैल्यू 0.2 आती है, डी एक्स से डेल्टा एक्स इक्वल हैं, दिस इज इक्वल टू 0.001। तो हुण असी फंक्शन ले लिया, फंक्शन जो है वो साढ़े कोल वाई इज इक्वल टू एक्स रेज़ टू पावर 1/3 डी वाई बाई डी एक्स कढ़िया, उस दे विच एक्स की वैल्यू 0.008 भर दी, उसनों भर के असी कैलकुलेशनस कीतियां तो साढ़े कोल डी वाई इज इक्वल टू 8.333 आ गया। तो असी तो डी वाई बाई डी एक्स असी डी वाई करना है, डी वाई बाई डी एक्स का जो आंसर आएगा उसनों डेल्टा एक्स नाल या डी एक्स नाल मल्टीप्लाई करना है। तो ये साढ़े कोल 0.00833। तो असी क्योंकि करैक्ट टू 3 प्लेसिस हैं तो राउंड ऑफ करके 0.008। तो जो असी वाई प्लस डेल्टा वाई करना है पूरे फंक्शन का आंसर साढ़े कोल असी इसकी वैल्यू करनी है, वो हमेशा वाई प्लस डेल्टा वाई के इक्वल आएगी। डेल्टा वाई की वैल्यू असी इत्थों लैनी है और वाई की वैल्यू जो असी फंक्शन भरिया सी उस तो लई सी, वाई की वैल्यू जो फंक्शन भरिया सी इत्थों आई है साढ़े कोल 0.2 असी वो पुट करनी है, दोनों नू ऐड करके साढ़े कोल इसका आंसर आ जाएगा। अगे है 0.999 रेज़ टू पावर 1/10। तो ए वाई इज इक्वल टू एक्स रेज़ टू पावर 1/10। प्रोसैस हरेक क्वेश्चन के बेटा सेम है, पहला डेल्टा एक्स करना है क्योंकि 1 के उपर जे असी एक्स नू 1 लेंदे हाँ सानू पूरा आंसर पता है। तो यह डेल्टा एक्स की वैल्यू माइनस 0.001 आएगी। तो जदों असी देखते हैं जो एक्स की वैल्यू 1 है उदों वाई की वैल्यू भी 1 आएगी। तो एक्स रेज़ टू पावर 1/10 डी वाई बाई डी एक्स जो करना है डेरीवेटिव लेना है, पावर अगे उसकी पावर एक घटा के उस जो असी एक्स नू 1 पुट करांगे तो ये साढ़े कोल 1/10 ही आ जाएगा। तो डी वाई कदे इक्वल आता है डी वाई बाई डी एक्स इंटू डेल्टा एक्स। डी वाई बाई डी एक्स साढ़े कोल 0.1 है, डेल्टा एक्स माइनस 0.001, दोनों नू मल्टीप्लाई करके माइनस 0.0001 आ जाता है। तो डेल्टा वाई या डी वाई बेटा पहला भी कहा सी मैं दोनों इक्वल हैं, तो इत्थों असी डेल्टा वाई की वैल्यू कढ़ ली। तो इत्थे वाई प्लस डेल्टा वाई दे विच वाई की वैल्यू असी पहला कढ़ी सी जो कि 1 आई सी, तो इत्थे डेल्टा वाई की वैल्यू साढ़े कोल ए आई है माइनस 0.001, तो उन्होंने सबट्रैक्ट करके साढ़े कोल 0.9999 आंसर आ जाता है। नैक्सट क्वेश्चन 15 रेज़ टू पावर 1/4, ये भी इस तरह आएगा। 16 का आंसर सानू पता है, 16 भर के असी वाई की वैल्यू कढ़ लवांगे, वाई की वैल्यू साढ़े कोल 2 आ जाती है। तो उस तो बाद असी डी वाई बाई डी एक्स लेना है, उस दे विच एक्स की वैल्यू 16 भर के आंसर कढ़िया 1/32 आ गया। असी डी वाई करना है, डी वाई साढ़े कोल डी वाई बाई डी एक्स इंटू डेल्टा एक्स होंदा है, डेल्टा एक्स साढ़े कोल -1 सी, -1 नाल मल्टीप्लाई करके साढ़े कोल इन्ना आ गया। तो असी जो पूरा आंसर करना है वाई प्लस डेल्टा वाई होंदा है। वाई का आंसर साढ़े कोल आया सीगा 2, तो इत्थों असी 2 दे विचों क्योंकि माइनस आया तो सबट्रैक्ट हो गया, साढ़े कोल इसका आंसर आ जाएगा। अगला क्वेश्चन 26 रेज़ टू पावर 1/3, वो भी उसी तरीके ना करना है। 27 का सानू आंसर पता है, असी एक्स नू 27 लेना है, डेल्टा एक्स की वैल्यू -1 तो डी एक्स की वैल्यू भी -1 ही होगी। तो जो एक्स की वैल्यू 27 है वाई की वैल्यू साढ़े कोल 3 आ जाती है। तो फिर उस बाद असी डेरीवेटिव लेना है डी वाई बाई डी एक्स, उस एक्स की वैल्यू 27 भरनी है। उस बाद डी वाई कढ़न का तरीका है डी वाई बाई डी एक्स इंटू डेल्टा डी एक्स, तो -1 के नाल मल्टीप्लाई करके -0.37। उस तो बाद असी जो पूरा आंसर है वो साढ़े कोल है वाई प्लस डेल्टा वाई का, तो जो असी 3 -0.037 घटावांगे साढ़े कोल इसका आंसर आ जाएगा।
सेम क्वेश्चन बेटा तुसी देखना करके तुहानूं समझ आ जाएंगे। 256 का आंसर सानूं पता है, असी एक्स नूं 256 लेना है। उस तो नैक्सट 81, 82 रेज़ टू पावर 1/4 तो एक्स नूं असी 81 लेना है। बाकी प्रोसैस साडे कोल सेम है, उस तरीके नाल साडे कोल आंसर आ जाएंगे। अगले क्वेश्चन 401, 400 का आंसर असी कर सकते हाँ। नैक्सट हिंट दिते हुए हैं, यू कैन डू योर सैल्फ अप टू 13th पार्ट, बिल्कुल सिंपल हैं। उस तरीके दे नाल असी सारे पार्ट्स कर सकते हैं। 14th पार्ट दे विच एक्स की 3.968 रेज़ टू पावर 3/2 जे असी एक्स नूं 4 लैंदे हाँ तो सानूं उहदा स्क्वायर रूट 2 पता है, तो असी वाई की वैल्यू 8 कढ़ सकते हाँ। तो डेल्टा एक्स की वैल्यू -0.032 है। डी वाई बाय डी एक्स देखा, एक्स की वैल्यू 4 भर दी, फिर डी वाई कढ़िया डेल्टा एक्स नाल मल्टीप्लाई करके, फिर वाई प्लस डेल्टा वाई दे विच वाई की वैल्यू साडे कोल 8 आई सी, वाई की वैल्यू साडे कोल 8 सी, ते डेल्टा वाई की वैल्यू -0.096, तो उन्होंने सबट्रैक्ट कर दिता, साडे कोल इसका आंसर आ गया। अगला 32.15 एक्स नूं 32 लैके असी इसकी कैलकुलेशनस कर सकते हैं। उस तो बाद साडे कोल सैकेंड टाइप के क्वेश्चन शुरू हो जाते हैं। फर्स्ट दे सारे पार्ट्स कंप्लीट हो गए। सैकेंड पार्ट दे विच सैकेंड क्वेश्चन दे विच की है, फाइंड द अप्रोक्सीमेट वैल्यू। बेटा वो भी ये भी वही चीज़ है, इस दे विच लिखा है कि एफ ऑफ 2.01 मतलब एक्स प्लस डेल्टा एक्स की वैल्यू 2.01 है। तो फंक्शन सानू दिता होया है एफ एक्स इज इक्वल टू 4x² प्लस 5x प्लस 2। तो एफ एक्स साडे कोल ये है, जदों एक्स की वैल्यू जे असी 2 भरते हाँ तो बिल्कुल सिंपल है, 2 भर के साडे कोल इसका आंसर 28 आ जाता है। इसनूं असी वाई का नाम देवांगे, जदों एक्स की वैल्यू 2 है तो वाई की वैल्यू साडे कोल 28 आ गई। तो डेल्टा एक्स कितना है 0.01, क्योंकि डी एक्स या डेल्टा एक्स दोनों इक्वल हैं। 2 के उपर क्वेश्चन बिल्कुल सिंपल है, 2.01 के उत्ते असी कैलकुलेट करना है, तो डेल्टा एक्स की वैल्यू 0.01। डी वाई असी किस तरीके नाल कढ़दे सीगे, डेरीवेटिव लेना है फंक्शन का, वो आ गया साडे कोल 8x + 5, उस दे विच एक्स की वैल्यू 2 थे, क्योंकि 2 के उत्ते सानूं आंसर पता है, वो कढ़ ली असी, वो साडे कोल 21 आ गया। उस बाद असी डी वाई कढ़िया, डी वाई बाय डी एक्स इंटू डेल्टा एक्स, 21 इंटू 0.21 आ गया। तो जो पूरे फंक्शन की वैल्यू है वो वाई प्लस डेल्टा वाई के इक्वल आएगी, तो 28 + 0.21, तो इसका आंसर 28.21 आ जाएगा। सेम क्वेश्चन बिल्कुल नैक्सट क्वेश्चन बिल्कुल सेम है, 5.001 डेल्टा एक्स की वैल्यू 0.001 आ जाएगी, एक्स की वैल्यू 5 ला लैनी है। इस तरीके से इस क्वेश्चन को कर सकते हैं। नैक्सट क्वेश्चन नंबर 4 है, फाइंड द अप्रोक्सीमेट चेंज इन द वॉल्यूम वी ऑफ ए क्यूब ऑफ साइड एक्स कॉज्ड बाय इंक्रीजिंग द साइड बाय 1%। असी देखो असी परसेंटेज एरर या परसेंटेज इनक्रीज की डेफिनेशन पढ़ी सी, वो साडे कोल 1% है। असी की लैंदे हाँ, साइज जो साइड है उसनों एक्स यूनिट्स और वॉल्यूम नूं 20 यूनिट्स हैं, तो सानू की गिवन है डेल्टा एक्स अपॉन एक्स इंटू 100। दिस इज़ द परसेंटेज चेंज इन एक्स। ये सानू गिवन है परसेंटेज चेंज डेल्टा एक्स अपॉन एक्स इंटू 100 इक्वल टू 1। इतों असी डेल्टा एक्स की वैल्यू कर ली एक्स अपॉन 100। नाउ क्योंकि जो वॉल्यूम होंदा है क्यूब का वो एक्स क्यूब है, डी वी बाय डी एक्स लै लिया, डिफरेंशिएट विद रिस्पैक्ट टू एक्स 3x²। असी तो कल्ली चेंज करनी है डेल्टा वी, डेल्टा जिमें डेल्टा वाई कढ़ते सी डी वाई बाय डी एक्स इंटू डेल्टा एक्स, ये आ जाएगा डेल्टा वी डी वी बाय डी एक्स इंटू डेल्टा एक्स, 3x² इंटू डेल्टा एक्स। डेल्टा एक्स की वैल्यू असी पुट कर दी, साडे कोल इसका आंसर 3x² अपॉन 100 मीटर क्यूब आ जाता है। सेम अगला क्वेश्चन है, फाइंड द अप्रोक्सीमेट चेंज इन द सरफेस एरिया ऑफ ए क्यूब कॉज्ड बाय डिक्रीजिंग 1%। देखो वैसे डिक्रीजिंग है, डिक्रीजिंग दे विच नैगेटिव कह सकते हैं असी, नैगेटिव है तो या असी आंसर में भी कहांगे भी उन्ना ही डिक्रीज़ करेगा। जदों असी साइड नूं डिक्रीज़ करांगे 1%, डेल्टा एक्स अपॉन एक्स इंटू 100 वो 1 के इक्वल है, डेल्टा एक्स इज इक्वल टू एक्स अपॉन 100। तो जो सरफेस एरिया होंदा है क्यूब का वो साडे कोल सरफेस एरिया ऑफ ए क्यूब, उसका फार्मूला साडे कोल 6x² होंदा है। असी डेरीवेटिव 6x² का लिया, 12x आ गया। 12x से फिर असी डेल्टा ए करना है या डी ए, डेल्टा ए का मतलब है डी ए अपॉन डी एक्स इंटू डेल्टा एक्स। तो असी डेरीवेटिव की वैल्यू के नाल चेंज उतों डेल्टा एक्स कढ़िया सी, उसकी वैल्यू भर दी, 0.12x² मीटर स्क्वेयर साडे कोल आ जाएगा। अगे है क्वेश्चन नंबर 6। इस क्वेश्चन के विच की है, जेकर रेडियस ऑफ ए स्फीयर जिसनों इज़ मेजर्ड एज 7 मीटर
उसनों 7 मीटर मेजर किया तो उसदे विच एरर जो है वो 0.02 असी लै ली है। असी देखना है कि जो असी वॉल्यूम कैलकुलेट करांगे तो उसदे विच कितनी एरर आएगी। तो असी की सपोज करते हाँ, लेट आर बी द रेडियस एंड डेल्टा आर बी द एरर। तो सानू की है डेल्टा आर गिवन है, चेंज गिवन है, एरर इज़ 0.02, इट मीनस डेल्टा आर इज़ इक्वल टू 0.02। साढ़े कोल ये आ जाता है। वॉल्यूम का फार्मूला साढ़े कोल हुंदा है 4/3 पाई आर क्यूब। तो असी उसदे विच dv/dr कढ़िया, जो dv/dr डेरीवेटिव ले लिया, 4/3 पाई कॉन्सटेंट है, 3r² डेरीवेटिव, तो साढ़े कोल 4 पाई r² आ गया। असी डेल्टा v करना है, dv/dr इंटू डेल्टा r 4 पाई r² इंटू 0.02। तो असी इसकी कैलकुलेशन कर ली 3.92 पाई सेंटीमीटर क्यूब। ये साढ़े कोल की आ गया बेटा, अप्रोक्सीमेट एरर इन कैलकुलेटिंग वॉल्यूम। एरर कह दो चाहे चेंज कह दो, एक ही गल है, डेल्टा वी या डी वी। असी इस क्वेश्चन के डेल्टा वी करना सी। नैक्सट क्वेश्चन बिल्कुल सेम है। विड्थ 9 मीटर, रेडियस जो है वो 9 मीटर है और एरर है 0.03। असी सरफेस एरिया के एरर कैलकुलेट करना है। डेल्टा आर की वैल्यू 0.03 मीटर है, सरफेस एरिया ए 4 पाई r² हुंदा है, डेरीवेटिव 8 पाई r, डी ए अपॉन डी आर इंटू डेल्टा आर। तो असी इसकी कैलकुलेशन जो कर लेंगे हाँ 2.16 पाई सेंटीमीटर स्क्वेयर या मीटर स्क्वेयर जो यूनिट है वो आ जाएगा। नैक्सट क्वेश्चन, 8th क्वेश्चन जो है सानू फंक्शन गिवन है, असी अप्रोक्सीमेट वैल्यू 3.02 के उपर फंक्शन की करनी है। इस तरह के क्वेश्चन भी असी पहला कर चुके हैं। MCQ के क्वेश्चन हैं, 4 ऑप्शनस हैं। असी कैलकुलेशन यूजुअल पिछले क्वेश्चन वांग ही करनी है। जेकर एक्स की वैल्यू 3 है तो सानू इसका सिंपली आंसर पता है, 3 भर के इसका आंसर जो है वो 77 आ जाता है। पर असी वैल्यू 3.02 ते करनी है तो डेल्टा एक्स जो है वो 0.02 आ गया। उस तो बाद असी की करना है, dy/dx कढ़िया, उस दे विच एक्स की वैल्यू 3 पुट की, आंसर साढ़े को 33 आ गया। dy/dx इंटू डेल्टा एक्स हुंदा है, तो जो साढ़े कोल dy की वैल्यू आई है और डेल्टा एक्स dy/dx आया है और जो साढ़े कोल dx आया है, दोनों असी मल्टीप्लाई करके इसकी वैल्यू कर लेनी है, 0.66 आ जाएगा dy। तो असी y प्लस डेल्टा y की पूरी वैल्यू करनी है, तो साढ़े कोल 77 के असी इस चीज़ को ऐड कर देना है 77.66। इस तरीके ही साढ़े को लास्ट क्वेश्चन है, अप्रोक्सीमेट चेंज इन द वॉल्यूम ऑफ ए क्यूब ऑफ साइड एक्स कॉज बाय इंक्रीजिंग द साइड 3%। इस परसेंटेज एरर गिवन है डेल्टा एक्स अपॉन एक्स इंटू 100। तो इतों साढ़े को डेल्टा एक्स की वैल्यू आ गई 3x अपॉन 100। तो वॉल्यूम जो होंदा है क्यूब का एक्स क्यूब है, dv/dx 3x², डेल्टा वी dv/dx इंटू डेल्टा एक्स साढ़े को 9x³ अपॉन 100 0.09x³। इस तरीके के नाल साड़ी ये वाली एक्सरसाइज कंप्लीट हो जाती है। धन्यवाद।